दर्द, दोष, तकलीफ, परेशानी का एक ही इलाज है, सिर्फ गुरु का नाम, भजन और सिमरन। नमस्कार, मैं हूं आपके साथ प्रीति चंद्रा। सबसे पहले आप सभी को राधा स्वामी। आज हम आपको अपनी वीडियो में बताएंगे किस तरह साध संगत खुलकर बाबा जी से बातचीत कर अपनी शंकाओं से निजात पाते हुए खुशी से झूम उठते हैं। अगर आपके मन में भी कोई सवाल या कोई शंका है, अगर आप नास्तिक भी हैं तो इस वीडियो को जरूर देखिएगा। हो सकता है इस वीडियो को देखने के बाद आप भी ईश्वर में विश्वास करने वाले आस्तिक हो जाएं। मालिक यानी रब के प्यार को कैसे पा सकते हैं, सृष्टि में तबाही के सवाल पर बाबा जी क्या बोले, देखिए। ਬਾਬਾ ਜੀ, ਨੋਰਮਲੀ ਇਨ ਦਾ ਸ਼ਬਦ ਅਸੀਂ ਇਹ ਸੁਣਿਆ ਹੈਗਾ ਕਿ ਜੇ ਰੱਬ ਗੁੱਸੇ ਹੋ ਜੇ ਤੇ ਕੋਈ ਫਰਕ ਨਹੀਂ ਪੈਂਦਾ, ਗੁਰੂ ਮਨਾ ਲੇਗਾ। ਪਰ ਗੁਰੂ ਨੂੰ ਗੁੱਸੇ ਨਹੀਂ ਹੋਣਾ ਚਾਹੀਦਾ, ਤੇ ਕਿਉਂਕਿ ਉਹਨੂੰ ਕੌਣ ਮਨਾਏਗਾ। ਬੇਟਾ ਇਹ ਨਾ ਕਹਾਵਤਾਂ ਆ ਆਪਣੀਆਂ, ਕਿਉਂਕਿ ਰੱਬ ਤੱਕ ਤਾਂ ਕੋਈ ਪਹੁੰਚਿਆ ਨਹੀਂਗਾ, ਔਰ ਰੱਬ ਤਾਂ ਹੈ ਹੀ ਮਾਫੀ, ਰੱਬ ਤਾਂ ਹੈ ਹੀ ਪਿਆਰ। ਠੀਕ ਹੈ ਨਾ। ਉਹਨੇ ਦੋਨੋਂ ਗੱਲਾਂ ਕਹਿਤੀਆਂ। ਜਿਹਨੇ ਵੀ ਬੋਲੀ ਹੈ, ਕਹਾਵਤ ਬਣਾਈ ਹੈ, ਉਹਨੇ ਦੋਨੋਂ ਗੱਲਾਂ ਕਹਿਤੀਆਂ। ਇੱਕ ਤਾਂ ਗੁਰੂ ਗੁੱਸੇ ਹੋ ਸਕਦਾ, ਠੀਕ ਹੈ ਨਾ, ਰੱਬ ਤਾਂ ਗੁੱਸੇ ਨਹੀਂ ਹੋ ਸਕਦਾ। ਸੋ ਉਹਨੇ ਰੱਬ ਦਾ ਦਰਜਾ ਵੀ ਉੱਚਾ ਕਰਤਾ, ਔਰ ਨਾਲ ਇਹ ਵੀ ਕਹਿ ਦਿੱਤਾ ਕਿ ਭਾਈ ਜਿਸ ਦਾਇਰੇ ਵਿੱਚ ਰਹਿੰਦੇ ਹੋ ਉਸ ਦਾਇਰੇ ਵਿੱਚ ਹੀ ਨਿਭੋ ਤੁਸੀਂ। ਬਾਬਾ ਜੀ, ਜੋ ਇਨਸਾਨ ਨੇ ਕੁਦਰਤ ਨਾਲ ਖਿਲਵਾੜ ਕੀਤਾ ਹੈ ਉਸ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਕੀ ਆਉਣ ਵਾਲੇ ਸਮੇਂ ਵਿੱਚ ਉਸ ਇਨਸਾਨ ਦੀ ਸੋਚ ਵਿੱਚ ਪਰਿਵਰਤਨ ਹੋਣ ਦੀ ਸੰਭਾਵਨਾ ਹੈ? ਇਹੀ ਤਾਂ ਪ੍ਰੋਬਲਮ ਹੈ ਕਿ ਇਨਸਾਨ ਸਿੱਖਦਾ ਨਹੀਂ। ਆਪਾਂ ਇਤਿਹਾਸ ਵੀ ਪੜ੍ਹਦੇ ਹਾਂ, ਆਪਾਂ ਸਾਰੀਆਂ ਚੀਜ਼ਾਂ ਪੜ੍ਹਦੇ ਹਾਂ, ਮਗਰ ਸਾਰਾ ਕੁਝ ਸਿੱਖ ਕੇ ਜੇ ਅਸੀਂ ਉਹਨਾਂ ਨੂੰ ਅਮਲ ਵਿੱਚ ਨਹੀਂ ਲਿਆ ਸਕੇ। ਹੁਣ ਕੌਣ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ ਕਿ ਜਦੋਂ ਆਪਾਂ ਹਾਰਵੈਸਟਿੰਗ ਹੋ ਜੇ ਸਾਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਕਿਹਨੂੰ ਨਹੀਂ ਪਤਾ ਕਿ ਪੇੜ ਪੌਦੇ ਹੋਣੇ ਚਾਹੀਦੇ ਹੈਗੇ, ਸਾਰਿਆਂ ਨੂੰ ਪਤਾ ਹੈਗਾ। ਮਗਰ ਉਹਦੇ ਬਾਵਜੂਦ, ਔਰ ਇਹ ਸਾਰਾ ਕੁਝ ਹੋਇਆ ਕਿਉਂਕਿ ਆਪਾਂ ਦਾਇਰਾ ਛੋਟਾ ਕਰ ਲਿਆ। ਪਹਿਲਾਂ ਦੇਖੋ, ਪਿੰਡ ਵਿੱਚ ਵਿਆਹ ਹੁੰਦਾ ਸੀ ਤਾਂ ਅਸੀਂ ਕਹਿੰਦੇ ਸੀ ਜੀ ਪਿੰਡ ਦੀ ਕੁੜੀ ਹੈ, ਸਾਰੇ ਸਾਂਝ ਪਾਉਂਦੇ ਸੀ, ਸਾਰਿਆਂ ਦੇ ਘਰਾਂ ਤੋਂ ਬਿਸਤਰੇ ਆਉਂਦੇ ਸੀ, ਸਾਰਿਆਂ ਦੇ ਘਰਾਂ ਤੋਂ ਦੁੱਧ ਆਉਂਦਾ ਸੀਗਾ। ਅੱਜ ਪਿੰਡ ਵਿੱਚ ਜੇ ਇੱਕ ਘਰ 'ਚ ਵਿਆਹ ਹੈਗਾ, ਦੂਜੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨਾਂ ਦੇ ਘਰ 'ਚ ਵਿਆਹ ਹੈਗਾ। ਸੋ ਅਸੀਂ ਦਾਇਰੇ ਛੋਟੇ ਕਰ ਲਏ, ਔਰ ਜਿਵੇਂ ਜਿਵੇਂ ਦਾਇਰੇ ਛੋਟੇ ਕਰ ਲਿੱਤੇ, ਅਸੀਂ ਹੁਣ ਇਹੀ ਸੋਚਦੇ ਹਾਂ ਕਿ ਮੇਰਾ ਫਾਇਦਾ ਨੁਕਸਾਨ ਕਿਹਦੇ ਵਿੱਚ ਹੈ। ਅਸੀਂ ਸਾਰੀਆਂ ਚੀਜ਼ਾਂ ਇਨ ਟੋਟੈਲਿਟੀ ਨਹੀਂ ਦੇਖ ਰਹੇ। ਅਸੀਂ ਸਾਰੇ ਆਪਣੇ ਸੂਬੇ ਨੂੰ, ਆਪਣੇ ਦੇਸ਼ ਨੂੰ, ਸ੍ਰਿਸ਼ਟੀ ਨੂੰ ਨਹੀਂ ਦੇਖ ਰਹੇ, ਸਿਰਫ ਆਪਣੇ ਦਾਇਰੇ ਨੂੰ ਦੇਖ ਰਹੇ ਹਾਂ। ਇਸੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਹੈਗਾ। ਜੇ ਆਪਾਂ ਸਾਰਿਆਂ ਦਾ ਭਲਾ, ਆਪਾਂ ਨੂੰ ਤਾਂ ਸਰਬੱਤ ਦਾ ਭਲਾ ਕਿਹਾ ਗਿਆ ਸੀ ਨਾ ਗੁਰੂ ਸਾਹਿਬਾਨ ਨੇ, ਆਪਾਂ ਸਰਬੱਤ ਦਾ ਭਲਾ ਕਰਦੇ ਹਾਂ। ਜੋ ਸਾਡੀ ਕਰਨੀ ਹੈ ਉਹਦੇ ਵਿੱਚ ਤਾਂ ਅਸੀਂ ਆਪਣਾ ਭਲਾ ਹੀ ਕਰਦੇ ਹਾਂ ਨਾ। ਜਿੱਦਣ ਆਪਾਂ ਸਰਬੱਤ ਦਾ ਭਲਾ ਮੰਨ ਕੇ ਚੱਲਾਂਗੇ, ਆਪਣੇ ਆਪ ਬਦਲਾਵਟ ਆ ਜਾਊਗੀ। ਮਗਰ ਜਿੰਨਾ ਚਿਰ ਅਸੀਂ ਦਾਇਰਾ ਛੋਟਾ ਕਰਕੇ ਰੱਖਾਂਗੇ, ਫਿਰ ਉਹ ਬੋਝ ਵੀ ਸਾਨੂੰ ਚੁੱਕਣਾ ਪਊਗਾ। ਔਰ ਦੇਖੋ, ਮੋਸਟ ਡਿਸਟਰਕਟਿਵ ਕ੍ਰੀਚਰ ਐਂਟਿਟੀ ਇਨ ਦਿਸ ਕ੍ਰੀਏਸ਼ਨ ਇਜ਼ ਦ ਹਿਊਮਨ ਬੀਇੰਗ। ਜਾਨਵਰ ਔਰ ਪੰਛੀ ਵੀ ਇੰਨੀ ਤਬਾਹੀ ਨਹੀਂ ਮਚਾਉਂਦੇ ਜਿੰਨਾ ਇਨਸਾਨ ਮਚਾਉਂਦਾ। ਸੋ ਇਸ ਕਰਕੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ, ਸਾਨੂੰ ਸਾਰਿਆਂ ਨੂੰ, ਕਿ ਆਪਾਂ ਸਾਰਿਆਂ ਦਾ ਧਿਆਨ ਰੱਖੀਏ। ਹੁਣ ਆਪਾਂ ਆਪਣੇ ਬੱਚਿਆਂ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ? ਜੇ ਆਪਾਂ ਹੁਣ ਅਗਲੀ ਦੁਨੀਆ ਬੱਚਿਆਂ ਵਾਸਤੇ ਕੀ ਰਹੂਗੀ, ਜਿੱਥੇ ਕੈਮੀਕਲਸ, ਮਿਊਟੇਸ਼ਨਸ, ਜੇ ਇਹ ਸਾਰੀਆਂ ਛੱਡ ਕੇ ਜਾ ਰਹੀਆਂ ਤਾਂ ਫਿਰ ਤਬਾਹੀ ਹੋਊਗੀ। ਫਿਰ ਇਹਦੇ 'ਚ ਕੋਈ ਸੌਖ ਤਾਂ ਨਹੀਂ ਹੋਣਾ। ਹਜ਼ੂਰ, what is the role of humor in Sant Mat? Why should we be serious? We should take spirituality serious, but not be serious. There's a difference in the two things. Spirituality ਨੂੰ seriously ਲਓ, but ਮਜ਼ਾਕ ਦਾ ਆਪਣੀ ਜਗ੍ਹਾ ਹੈਗੀ ਹੈ। ਜੇ ਇਨਸਾਨ ਹੱਸਦਾ ਹੀ ਨਹੀਂਗਾ ਤਾਂ ਫਿਰ ਉਹ ਤਾਂ ਬੋਝ ਹੀ ਉਹਦੇ ਉੱਤੇ ਇੰਨਾ ਪੈ ਜਾਊਗਾ ਕਿ ਉਹਨੂੰ ਤਾਂ ਕੁਝ ਦਿਖਾਈ ਨਹੀਂ ਦੇਣਾ। So we must learn, and we should start from ourselves. We must have the capacity to laugh at ourselves.
And if we can laugh at ourselves, then nothing anybody says will make a difference. Because you will just laugh it away. ਬਟ ਜੇ ਆਪਾਂ ਹਰੇਕ ਦੀ ਗੱਲ ਸੀਰੀਅਸਲੀ ਲਵਾਂਗੇ ਐਵੇਂ ਹੀ ਮਨ ਦੇ ਉੱਤੇ ਬੋਝ ਪੈ ਜਾਂਦਾ ਉਹਨੇ ਤਾਂ ਭਾਵੇਂ ਬਗੈਰ ਸੋਚੇ ਸਮਝੇ ਕੋਈ ਗੱਲ ਕਹਿ ਦਿੱਤੀ ਅਸੀਂ ਉਹਨੂੰ ਸੀਰੀਅਸਲੀ ਲੈ ਕੇ ਬਹਿ ਗਏ ਉਹਨੇ ਆ ਕਿਉਂ ਕਿਹਾ ਮੈਂ ਕੀ ਕੀਤਾ ਸੀਗਾ ਤਾਂ ਬੋਝ ਤਾਂ ਮੇਰੇ ਮਨ ਤੇ ਪੈ ਗਿਆ ਨਾ ਔਰ ਜੇ ਮੈਂ ਕਹਾਂ ਕਿ ਠੀਕ ਹੈ ਹਾਂ ਤਾਂ ਫਿਰ ਮੇਰੇ ਤੇ ਉੱਤੇ ਕੋਈ ਬੋਝ ਨਹੀਂ ਪੈਣਾ ਥੈਂਕ ਯੂ ਬਾਬਾ ਜੀ हुजूर ਮਾਲਕ ਪਿਆਰ ਹੈ ਉਹਨੂੰ ਹਾਸਿਲ ਕਰਨ ਵਾਸਤੇ ਪਿਆਰ ਚਾਹੀਦਾ ਹੈ ਪਰ ਉਸ ਸਥਿਤੀ ਤੇ ਪਹੁੰਚਣ ਵਾਸਤੇ ਕੀ ਕਰਨਾ ਚਾਹੀਦਾ ਜੀ ਕੀ ਕਰੀਏ ਕਿ ਅਸੀਂ ਉਸ ਸਥਿਤੀ ਤੇ ਪਹੁੰਚ ਸਕੀਏ ਦੇਖੋ ਜੀ ਜਿੱਥੇ ਤੱਕ ਪਿਆਰ ਹੈ ਪਿਆਰ ਕੋਈ ਤੁਹਾਨੂੰ ਦੇ ਨਹੀਂ ਸਕਦਾ ਪਿਆਰ ਤੁਹਾਨੂੰ ਕੋਈ ਸਿਖਾ ਨਹੀਂ ਸਕਦਾ ਪਿਆਰ ਸਾਡੇ ਅੰਦਰ ਹੈ ਅਸੀਂ ਉਹਨੂੰ ਜਾਗਰਿਤ ਕਰਨਾ ਹੈ ਔਰ ਪਿਆਰ ਜਾਗਰਿਤ ਉਦੋਂ ਹੋਊਗਾ ਹਜ਼ੂਰ ਯੂਜ਼ਡ ਟੂ ਸੇ ਦ ਲਾਰਡ ਲਵਸ ਹਿਸ ਕ੍ਰੀਏਸ਼ਨ ਲਾਰਡ ਲਵਸ ਅਸ ਥਰੂ ਹਿਸ ਕ੍ਰੀਏਸ਼ਨ ਠੀਕ ਹੈ ਸੋ ਜਦੋਂ ਆਪਾਂ ਮਾਲਿਕ ਨੂੰ ਸਾਰਿਆਂ ਵਿੱਚ ਦੇਖਾਂਗੇ ਆਪਣੇ ਆਪ ਸਾਡੀ ਵੀ ਇਹੋ ਜਿਹੀ ਅਵਸਥਾ ਬਣ ਜੂਗੀ ਕਿ ਅਸੀਂ ਵੀ ਸਾਰਿਆਂ ਨੂੰ ਪਿਆਰ ਕਰਾਂਗੇ ਸੋ ਵੀ ਹੈਵ ਟੂ ਸਟਾਰਟ ਫਰਮ ਆਰ ਸੈਲਫ ਵੀ ਮਸਟ ਸਟਾਰਟ ਬਾਈ ਲਵਿੰਗ ਆਰ ਸਰਾਊਂਡਿੰਗ ਦ ਪੀਪਲ ਅਰਾਊਂਡ ਅਸ we must reflect that love in our actions, in everything that we do. And if you can reflect that love around us, automatically you will prosper in that love yourself. Babaji, it is always said that life brings us to a certain point, destiny brings us to a certain point, and then it's up to us to decide how to deal with that situation. But if we look back at life from the time we were a child to the time we became an adult, at various points in time, life brings us to a certain situation. And at various times, we have to take choices. So does that mean that there are multiple destinies that exist potentially, and it is our choices that define which of those we take? There are no multiple destinies. As I said, destiny puts you in a situation. Then you have to choose. Because your choice then will set off the karma. But every time you make a choice, Babaji, the repercussion would be different. So sometimes you make the right choice, sometimes you make the If you wrong make choice. the right choice, karma is finished. If you make a wrong choice, you set off another chain reaction. Because a lot of people tend to say that, if everything is destined, then why should I work towards it? And then there are certain people who say that, I'm going to make my life with what I do. But it always seems like there is a bit of both in life. And it's like the other day we discussed, when you play cards, you can't choose the cards. A hand is dealt out to you, right? So similarly, your destiny is dealt out to you. Although it is based on your past action, but let's say it's given to you. Now, you could have a wonderful hand, make the wrong choices and lose the game. And you could have a terrible hand, make the right choices and win the game. So that is dependent upon the choice you made. So that's where the choice comes in. Now, yes, the choices are also based on your past. Depending upon what impressions are there on my mind, based on that, I will make choices. If my life has been positive, I might take risks. If my life has been negative, I'll want to hold back and be cautious. So, actually, if you look at it in that manner, there is no free will. That's what I wanted to ask, Babaji. Because free will is when whatever choices you are making, it is not based on any sort of impression of the past. However, our situation today, your choices are based on your parentage. The types of parents you had, your education, the country you are born in, the education you have got, these things were not in your hands. So we have limited choices. Because Babaji, a lot of times people say that, it is written that आपके destiny में जो है वो तो आपको मिलने ही वाला है और जो नहीं है वो आपको कभी मिल नहीं सकता तो मैं काम ही क्यों करूं? That's how people tend to approach it. No, but that's a justification they take. Nobody says I'm sitting on the bed and if it's in my destiny, the Lord will come and put food in my mouth. He gets up and makes the effort now. So these are just for sake of argument. We say all these things. But effort has to be there. You have to put the step forward. So regardless of the free will, what matters is our effort, Babaji? The effort is going to make the difference. It will take you in the positive or the negative direction. I mean, you've come
to crossroads. Now the road has branched off. Now it's up to you whether you go to hell or heaven. Most of us, Huzur, have been going to religious places right from childhood in pursuit of God, Lord. And then most of us out here are very fortunate to be found by the whole Master. The Master gives us a technique, and we try our level best in all earnesty, obey it. And we find solace and happiness. And then there is no quest for God. Is that okay? No. That quest has to be there. If there is no quest, if there is no objective in front of you, where are you going? There has to be a direction to your life. Life can't stand still. We are very satisfied with the... No. That is, satisfaction means that life is finished. Nobody has achieved what he needs to achieve in the physical. So physical is only a means. So how do we desire that? Because... No, everything is a desire. You have to have some desire not to propel life to go forward. The But- desire to be clean, you go and have a bath. Desire Yes. to rest the body, you go and sleep. Yes, Without desire, nothing will happen. but beyond our technique and beyond our master, we don't think anything else. No, master is only a pawn in the game, bhai. I think we sometimes are coming back to that again and again. He's only a teacher. He's teaching you. What is he teaching you? Do you know that? If I've come to a good master and I say, okay, this is the end of it, but if you're not learning from him and he's teaching you to do something and you're not doing that, then he's a useless teacher. That's a reflection on him, na? The purpose of a teacher is to teach. So you have to learn. And what is he teaching you? Do we really know that? Rather than just have a sort of a mental satisfaction, okay, I'm here, now that is okay. That is not okay. So don't wait him to come and shake you up and pull your ears and put you upside down and say, listen, there's a road beyond this also. I think, Babaji, I have not been able to explain properly that our master tells us to meditate. In this life, there is no satisfaction. Let me put it this way. Whatever you are experiencing is just a little, a little drop which is whetting the appetite. So unless you really go into the spiritual realm, there is no full satisfaction. You may have lulled yourself into some false sense of security. And be cautious that this security is not broken. Thank you. राधा स्वामी सत्संग व्यास से जुड़ी हर अपडेट पाने के लिए हमारे चैनल को अभी सब्सक्राइब करें और बेल आइकन का बटन दबाना बिल्कुल ना भूलें।